नहीं तो पहले दिन आके कोई आखे भी मैनू भी इत्थे अध दिओ, मैनू भी वड्डा मन्नो, मैनू भी वड्डा मन्नो, इउं नहीं वड्डा जाणिया जांदा। महाराज कहने पहला प्रवान होवो, पहला पंज जिन्हां ने पंज प्राणां नूं साधिया है वो पहला आओ बई, पहला सिरोपा उन्हां नूं दिंदे आ। पंच प्रधान, फिर जिन्हां ने अंदरलियां पंज दूसरियां पौणां नूं साधिया है, सो जिहड़ी क्रिकल पौण है ਜਿਹਦੇ ਨਾਲ ਆਪਾਂ ਨੂੰ ਛਿੱਕ ਆਉਂਦੀ, ਛਿੱਕ ਮਾਰਦੇ ਕ੍ਰਿਕਲ ਪਾਉਣੇ ਕੰਮ ਕਰਦੀ। ਜਿਹੜੀ ਕੂਰਮ ਪਾਉਣ ਹੈ ਇਹ ਅੱਖਾਂ ਦੀਆਂ ਪਲਕਾਂ ਜਿਹੜੀਆਂ ਬਾਰ-ਬਾਰ ਖੁੱਲਦੀਆਂ ਬੰਦ ਹੁੰਦੀਆਂ, 25,000 ਵਾਰ ਖੁੱਲਦੀਆਂ ਤੇ ਬੰਦ ਹੁੰਦੀਆਂ 24 ਘੰਟੇ ਦੀ। ਇਹ ਕੂਰਮ ਪਾਉਣੇ ਕੰਮ ਕਰਦੀ। ਫਿਰ ਇੱਕ ਪਾਉਣ ਦਾ ਨਾਮ ਹੈ ਨਾਗ, ਜਿਹੜੀ ਢਕਾਰ ਲਿਆਉਂਦੀ ਆ ਆਪਣਾ। ਫਿਰ ਇੱਕ ਪਾਉਣ ਦੇਵਦੱਤ, ਜਿਹਦੇ ਨਾਲ ਉਬਾਸੀ ਆਉਂਦੀ ਹੈ। ਇੱਕ ਪੌਣ ਜਿਹੜੀ ਹੈ ਧਨੱਜੈ ਪੌਣ ਮਰਨ ਤੋਂ ਬਾਅਦ ਜਿਹੜਾ ਪੇਟ ਫੁੱਲ ਜਾਂਦਾ, ਇਹ ਧਨੱਜੈ ਪੌਣ ਕੰਮ ਕਰਦੀ। ਇਹਨਾਂ ਪੰਜਾਂ ਨੂੰ ਜਿਉਂਦੇ ਹੀ ਕਾਬੂ ਕਰ ਲੈਣਾ। ਇਹ ਵੀ ਯੋਗ ਮਤ ਵਿੱਚ ਬੜੀ ਡੂੰਘੀ ਚੀਜ਼ ਹੈ। ਵੈਸੇ ਤੇ ਆਪਣੇ ਸਿਮਰਨ ਕਰਦਿਆਂ ਵੀ ਇਹੀ ਅਵਸਥਾ ਬਣਦੀ ਹੈ। ਉਧਰ ਜਰਾ ਇਹ ਆ ਵੀ ਹਠ ਯੋਗ ਵਿੱਚ ਬਹੁਤਾ ਔਖੇ ਹੋਣਾ ਪੈਂਦਾ, ਸਿਮਰਨ ਵਾਲਿਆਂ ਲਈ ਸੁਤੇ ਸਿੱਧੀ ਹੈ। ਸੁਣਿਆ ਜੋਗ ਜੁਗਤ ਤਨ ਭੇਦ ਸੁਭਾਵਕ ਹੀ ਬਣ ਜਾਂਦਾ। ਮਹਾਰਾਜ ਕਹਿੰਦੇ ਦੇਖੋ ਭਾਈ, ਜਿਹਨੇ ਪੰਜ ਪ੍ਰਾਣ ਪਹਿਲਾਂ ਸਾਧੇ ਨੇ, ਪੰਜ ਪੌਣਾਂ ਦੂਸਰੀਆਂ ਸਾਧ ਲੀਆਂ, ਉਹਨੂੰ ਕਹਾਂਗੇ ਇਹ ਪ੍ਰਧਾਨ ਜੋਗੀ ਹੈ। ਸਾਧੀਆਂ ਜਿਨ੍ਹਾਂ ਨੇ ਸਾਧੀਆਂ ਉਹਨਾਂ ਨੂੰ ਵੀ ਅਸੀਂ ਸਤਿਕਾਰ ਦਿੰਦੇ ਹਾਂ। ਜੇ ਇਕੱਲੀਆਂ ਆ ਕੇ ਰੋਟੀਆਂ ਹੀ ਖਾਣਾ ਜੋਗੀ 'ਚ, ਵੀ ਸਵਾਹ ਮੜ ਲਈ ਪਿੰਡੇ ਤੇ, ਟੇਢਾ ਜਿਹਾ ਡੰਡਾ ਫੜ ਲਿਆ, ਚੀਪੀ ਫੜ ਲਈ, ਕੰਨਾਂ 'ਚ ਮੁੰਦਰਾਂ ਪਾ ਲੀਆਂ, ਮਹਾਰਾਜ ਕਹਿੰਦੇ ਇਹਨੂੰ ਜੋਗੀ ਨਹੀਂ ਕਹਿੰਦੇ। ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ। ਉੱਥੇ ਵੀ ਜਾ ਕੇ ਉਪਦੇਸ਼ ਜੋਗੀਆਂ ਨੂੰ ਇਹੀ ਕਰਨਗੇ। ਪੰਚੇ ਪਾਵਹਿ ਦਰਗਹਿ ਮਾਨ। ਫਿਰ ਜਿਹੜੇ ਪੰਜ ਸ੍ਰੇਸ਼ਟ ਨੇ ਤੀਸਰਾ ਕਰਮ ਕਰਦੇ ਨੇ, ਉਸ ਤੋਂ ਉਤਲੀ ਅਵਸਥਾ ਚਲੇ ਜਾਂਦੇ ਨੇ। ਜਿਹੜੇ ਦਰ ਗਹਿ, ਦਰ ਦਸਮ ਦੁਆਰ ਦੇ ਵਿੱਚ ਗਹਿ, ਉਸ ਸਥਾਨ ਤੇ ਜਾ ਕੇ ਮਾਣ ਆਦਰ ਸਤਿਕਾਰ ਪਾਉਂਦੇ ਨੇ। ਉਹ ਕਿਸ ਤਰ੍ਹਾਂ ਪਾਉਂਦੇ ਨੇ? ਮਹਾਰਾਜ ਕਹਿੰਦੇ ਦੇਖੋ ਭਾਈ, ਇਹ ਅਵਸਥਾ ਦੀ ਗੱਲ ਹੈ। ਇਉਂ ਤਾਂ ਲੋਕ ਅੱਜ ਕੱਲ੍ਹ ਜਿਵੇਂ ਹਰੇਕ ਹੀ ਚਾਹੁੰਦਾ ਕਿ ਜਿਹੜਾ ਮੇਰੇ ਨਾਲੋਂ ਸੀਨੀਅਰ ਹੈ ਇਹ ਕਿਤੇ ਨਾ ਕਿਤੇ ਇੱਧਰ ਉੱਧਰ ਜਾਏ ਤੇ ਮੈਂ ਜੂਨੀਅਰ ਪਹਿਲਾਂ ਹੀ ਪਹੁੰਚ ਜਾ। ਇੱਥੇ ਪੈਸੇ ਪੂਸੇ ਦੇ ਕੇ ਜੂਨੀਅਰ ਸੀਨੀਅਰ ਬਣਨ ਨੂੰ ਤਿਆਰ ਹੀ ਰਹਿੰਦਾ। ਇਹ ਜੋਗੀਆਂ ਵਿੱਚ ਵੀ ਹੈ, ਇਹ ਸਾਧੂ ਸੰਤਾਂ ਵਿੱਚ ਵੀ ਹੈ। ਵੀ ਇਹਨਾਂ ਸੰਤਾਂ ਤਾਂ ਹੁਣ ਖਵਾਓ ਜ਼ਹਿਰ, ਚੱਲਦੇ ਕਰੋ। ਚੇਲਾ ਕਹਿੰਦਾ ਮੈਂ ਗੱਦੀ ਸਾਂਭ ਲਾਂ। ਇਸ ਤਰ੍ਹਾਂ ਜੋਗੀਆਂ ਦੇ ਵਿੱਚ ਮਾੜੀ ਜੀ ਸ਼ਕਤੀ ਆਈ ਤੇ ਬਸ ਬਣ ਬੈਠੇ ਜੋਗੀ। ਮਹਾਰਾਜ ਕਹਿੰਦੇ ਤਰਤੀਬ ਅਨੁਸਾਰ ਜੋਗੀ ਬਣੋ। ਪਹਿਲਾਂ ਇਹ ਪੰਜ ਪੌਣਾਂ 10 ਪੌਣਾਂ ਨੂੰ ਸਾਧਨਾ ਕਰੋ। ਹੁਣ ਜਿਹੜੀ ਹੈ ਨਾ ਦਸਮ ਦੁਆਰ ਤੱਕ ਜਿਹੜੀ ਜਾਣੀ ਚੀਜ਼ ਉਹ ਇਹ ਹੈ ਕਿ ਇਹਨਾਂ ਪਹਿਲਾਂ ਪੰਜਾਂ ਨੂੰ ਤੁਸੀਂ ਧਾਰਨਾ ਕੀਤਾ। ਪੰਜਾਂ ਨੂੰ ਕਿਹੜੀ ਕਿਹੜੀ ਚੀਜ਼ ਹੈ? ਖੇਚਰੀ, ਭੂਚਰੀ, ਚਰਚਰੀ, ਅਗੋਚਰੀ ਤੇ ਉਨਮਨੀ। ਇਹ ਪੰਜ ਚੀਜ਼ਾਂ ਸੰਭਾਲੀਆਂ ਆਪਣੀਆਂ। ਜੇ ਪੰਜਾਂ ਦਾ ਧਿਆਨ ਕੀਤਾ, ਜੇ ਪੰਜਾਂ ਨੂੰ ਤੁਸੀਂ ਪ੍ਰਾਪਤ ਕਰ ਲਿਆ, ਤਾਂ ਤੁਸੀਂ ਦਰ ਦਸਮ ਦੁਆਰ ਦੇ ਵਿੱਚ ਮਾਣਯੋਗ ਸਥਾਨ ਪ੍ਰਾਪਤ ਕਰ ਸਕਦੇ ਹੋ। ਨਹੀਂ ਤਾਂ ਹਰੇਕ ਹੀ ਚਾਹੁੰਦਾ ਕਿ ਮੈਂ ਵੱਡਾ ਮਹੰਤ ਬਣ ਜਾਵਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਚੀਜ਼ ਹੋਈ? ਮਹਾਰਾਜ ਕਹਿੰਦੇ ਇਹ ਨਹੀਂ ਖੇਚਰੀ। ਖੇ ਹੁੰਦਾ ਅਸਮਾਨ, ਅਸਮਾਨ ਵਿੱਚ ਵਿਚਰਨ ਵਾਲਾ ਸ਼ਕਤੀ ਦੇ ਨਾਲ ਉਹਨੂੰ ਕਹਿੰਦੇ ਖੇਚਰੀ। ਇਹ ਜਿਹੜੇ ਖੇਚਰੀ ਵਾਲੇ ਨੇ ਇਹ ਆਪਣਾ ਧਿਆਨ ਟਿਕਾਉਂਦੇ ਨੇ ਤਾਲੂ ਸਥਾਨ ਤੇ। ਪਹਿਲਾਂ ਤਾਂ ਜੀਵ ਨੂੰ ਖਿੱਚ ਲੰਮਾ ਕਰੀ ਜਾਂਦੇ, ਫਿਰ ਜੀਵ ਨੂੰ ਅੰਦਰ ਤਾਲੂ 'ਚ ਮੋੜ ਕੇ ਲਾ ਲੈਂਦੇ ਨੇ। ਉੱਥੋਂ ਮਿੱਠੀ ਕਫ ਨੂੰ ਪ੍ਰਾਪਤ ਕਰਦੇ ਨੇ। ਉਹ ਮਿੱਠੀ ਕਫ ਨੂੰ ਪ੍ਰਾਪਤ ਕਰਕੇ ਖੇਚਰੀ ਅਵਸਥਾ ਨੂੰ ਚਲੇ ਜਾਂਦੇ ਨੇ। ਖੇਚਰੀ ਅਵਸਥਾ ਵਿੱਚ ਫਿਰ ਅਸਮਾਨ ਵਿੱਚ ਉੱਡਣ ਦੀ ਸ਼ਕਤੀ ਆ ਜਾਂਦੀ। ਸੋ ਇਸ ਪ੍ਰਕਾਰ ਦੀ ਇਹ ਸ਼ਕਤੀ ਹੈ। ਤੇ ਇਸੇ ਪ੍ਰਕਾਰ ਜਿਹੜੀ ਖੇਚਰੀ ਤੋਂ ਬਾਅਦ ਭੂਚਰੀ ਆਉਂਦੀ ਹੈ। ਭੂਚਰੀ ਅਵਸਥਾ ਹੁੰਦੀ ਜਿਹੜੀ ਭੂ ਧਰਤੀ ਨੂੰ ਕਹਿੰਦੇ, ਚਰੀ ਮਤਲਬ ਚੱਲਣ ਵਾਲੇ, ਧਰਤੀ ਤੇ ਵਿਚਰਨ ਵਾਲੀ ਹਰ ਚੀਜ਼ ਦਾ ਗਿਆਨ ਹੋ ਜਾਣਾ। ਭੂਚਰੀ ਵਾਲੇ ਜਿਹੜੇ ਨੇ ਇਹ ਭਰਵੱਟਿਆਂ ਦੇ ਵਿਚਕਾਰ ਆਗਿਆ ਚੱਕਰ 'ਚ ਧਿਆਨ ਟਿਕਾ ਕੇ ਭੂਚਰੀ ਅਵਸਥਾ ਨੂੰ ਪ੍ਰਾਪਤ ਕਰਦੇ ਹੋ ਤੁਸੀਂ। ਜਿਹਨੇ ਕੀਤਾ ਭਾਈ ਸਤਿਕਾਰਯੋਗ ਹੋ, ਜੇ ਨਹੀਂ ਕੀਤਾ ਫਿਰ ਉਹ ਜੋਗੀ ਕਹਾਉਣ ਦਾ ਹੱਕਦਾਰ ਨਹੀਂ। ਇਸ ਤਰ੍ਹਾਂ ਉਹ ਧਰਤੀ ਤੇ ਵਿਚਰਨ ਵਾਲਿਆਂ ਵਿੱਚ ਹੋ ਜਾਂਦਾ, ਦੂਰ ਦੂਰ ਤੱਕ
ਪੈਰਾਂ ਨਾਲ ਨਹੀਂ, ਬੈਠਾ ਹੀ ਚਲਾ ਜਾਂਦਾ ਹੈ, ਇੰਨੀ ਸ਼ਕਤੀ ਦਾ ਮਾਲਕ ਹੋ ਜਾਂਦਾ ਹੈ। ਫਿਰ ਖੇਚਰੀ, ਫਿਰ ਭੂਚਰੀ, ਫਿਰ ਚਰਚਰੀ। ਚਰਚਰੀ ਹੁੰਦੀ ਜਿਹੜੀ ਇਹ ਜਲ ਦੇ ਵਿੱਚ ਵਿਚਰਨ ਦੀ ਸ਼ਕਤੀ ਹੋ ਜਾਂਦੀ, ਪਾਣੀ ਦੇ ਉੱਤੇ ਬਹਿ ਕੇ ਦਿਖਾ ਦਿੰਦਾ ਲੋਕਾਂ ਨੂੰ, ਪਾਣੀ 'ਚ ਡੁਬੋ ਦਿਓ ਡੁੱਬਦਾ ਹੀ ਨਹੀਂ। ਉਹ ਚਰਚਰੀ ਅਵਸਥਾ ਵਾਲੇ ਜਿਹੜੇ ਤ੍ਰਿਕੁਟੀ 'ਚ ਧਿਆਨ ਧਾਰਦੇ ਨੇ, ਆਪਣਾ ਤ੍ਰਿਕੁਟੀ ਨੂੰ ਫੋੜ ਲੈਂਦੇ ਨੇ ਜਿਹੜੇ, ਉਹ ਭਾਈ ਚਰਚਰੀ ਅਵਸਥਾ ਦੇ ਮਾਲਕ ਨੇ, ਭਾਈ ਉਹ ਸਤਿਕਾਰਯੋਗ ਨੇ ਜੇ ਇੱਥੇ ਤੱਕ ਪਹੁੰਚ ਜਾਣ। ਫਿਰ ਇਸ ਤੋਂ ਬਾਅਦ ਆਉਂਦਾ ਅਗੋਚਰੀ ਅਵਸਥਾ। ਅਗੋਚਰੀ ਅਵਸਥਾ ਹੁੰਦੀ ਹੈ ਜਿਹੜੇ 6 ਚੱਕਰਾਂ ਦੀ ਕੈਦ ਤੋਂ ਪਰੇ ਹੋ ਜਾਣਾ। ਮੂਲਾ ਧਾਰ, ਸੁਧਾਰਾਸ਼ਟਾਨ ਚੱਕਰ, ਅਨਹਤ ਚੱਕਰ, ਵਿਸ਼ੁੱਧ ਚੱਕਰ, ਆਗਿਆ ਚੱਕਰ, ਅਨਹਤ ਚੱਕਰ, ਇਹਨਾਂ ਚੱਕਰਾਂ ਦੀ ਕੈਦ ਤੋਂ ਪਰੇ ਹੋ ਕੇ ਜਿਹੜਾ ਸਿੱਧਾ ਤ੍ਰਿਕੁਟੀ ਨੂੰ ਭੰਨ ਕੇ ਦਸਮ ਦੁਆਰ 'ਚ ਜਾ ਕੇ ਸਹੰਸਰ ਦਲ ਕਮਲ ਨੂੰ ਦੇਖਦਾ। ਸਹੰਸਰ ਮਤਲਬ 1000 ਪੱਤਿਆਂ ਵਾਲਾ ਕਮਲ ਦਾ ਫੁੱਲ ਹੈ ਇੱਕ, ਜਦੋਂ ਉੱਥੇ ਤੱਕ ਚਲਿਆ ਜਾਂਦਾ ਦਸਮ ਦੁਆਰ ਦੇ ਵਿੱਚ, ਭਾਈ ਉਹਨੂੰ ਮੰਨਦੇ ਆ ਸ੍ਰੇਸ਼ਟ ਜੋਗੀ, ਜਿਨ੍ਹਾਂ ਨੇ ਤੁਹਾਡੇ ਚੋਂ ਮਹਾਰਾਜ ਕਹਿੰਦੇ 1000 ਕਮਲ ਦੇਖਿਆ, 1000 ਪੱਤੀਆਂ ਵਾਲਾ, ਉਹ ਆ ਜਾਓ ਅੱਗੇ। ਇਉਂ ਸਤਿਗੁਰੂ ਜੀ ਨੇ ਸੀਟਾਂ ਅਨੁਸਾਰ ਸਾਰੇ ਸੈੱਟ ਕਰਤੇ ਬੈਠੇ ਹੀ। ਜਿਹੜੇ ਆਕੜ ਆਕੜ ਕੇ ਬੈਠਦੇ ਸੀ ਕਿ ਮਹਾਰਾਜ ਕਹਿੰਦੇ ਤੇਰਾ ਬਈ 1000 ਕਮਲ ਦਿਖਿਆ ਨਾ ਮਹਾਰਾਜ, ਫਿਰ ਤੂੰ ਅੱਗੇ ਹੋ ਕਿਉਂ ਬਹਿਣਾ, ਆਪਣੇ ਆਪ ਨੂੰ ਵੱਡਾ ਮਹੰਤ ਕਿਉਂ ਗਿਣਦਾ, ਵੱਡਾ ਜੋਗੀ ਕਹੋ ਨਾ। ਜਿਨ੍ਹਾਂ ਨੇ ਪ੍ਰਾਪਤੀ ਕੀਤੀ ਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ, ਉਹ ਦੂਜਿਆਂ ਦੀ ਸ਼ਰਨ ਪੈ। ਇਉਂ ਆਪਣੇ ਆਪ ਨੂੰ ਜਿਹੜੇ ਵੱਡੇ ਕਹਾਉਂਦੇ ਸੀ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਹੰਕਾਰ ਤੋਂ ਰਹਿਤ ਕਰਤਾ। ਅਖੀਰਲੀ ਅਵਸਥਾ ਆਉਂਦੀ ਉਨਮਨੀ। ਉਨਮਨੀ ਅਵਸਥਾ ਉਹ ਹੁੰਦੀ ਹੈ ਜਦੋਂ ਆਪਣੇ ਸਵਾਸਾਂ ਨੂੰ ਚੜਾ ਕੇ ਤਾਲੂ ਸਥਾਨ ਦੇ ਰਾਹੀਂ ਬਿਲਕੁਲ ਵਿਚਕਾਰ, ਜਿਵੇਂ ਬੱਚਾ ਜਨਮ ਲੈਂਦਾ ਉਦੋਂ ਦੇਖੋ ਸੈਂਟਰ 'ਚ ਉਹਦਾ ਸਿਰ ਬੜਾ ਪੋਲਾ ਜਿਹਾ ਹੁੰਦਾ, ਜਿਹੜੇ ਸਥਾਨ ਤੋਂ ਦਸਮ ਦੁਆਰ ਉੱਥੇ ਕੀ ਤਾਲੂ ਸਥਾਨ ਉਹਨੂੰ ਕਹਿੰਦੇ ਨੇ। ਉਹ ਥਾਂ ਤੋਂ ਬ੍ਰਹਮਰੰਦਰ ਨਾੜੀ ਨੂੰ ਫੋੜ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਦਾ। ਉੱਥੋਂ ਦੀ ਸਵਾਸ ਕੱਢਦੇ ਨੇ ਜੋਗੀ ਆਪਣੇ, ਸੂਈ ਦੇ ਨੱਕੇ ਜਿੰਨੀ ਥਾਂ ਜਿੰਨਾ ਖੂਨ ਨਿਕਲਦਾ ਜਦੋਂ ਉੱਥੋਂ ਆਪਣੇ ਸਰੀਰ 'ਚੋਂ ਆਤਮਾ ਨੂੰ ਕੱਢਦੇ ਨੇ, ਉਹ ਸਿੱਧਾ ਬ੍ਰਹਮ ਲੋਕ ਚਲੇ ਜਾਂਦੇ ਨੇ। ਬ੍ਰਹਮਾ ਦੇ ਲੋਕ, ਬ੍ਰਹਮਾ ਦੇ ਲੋਕ ਜਾ ਕੇ ਜਿੰਨੀ ਉਮਰ ਬ੍ਰਹਮਾ ਦੀ ਹੁੰਦੀ ਹੈ, ਉਹ ਕਈ ਵਾਰ ਦੱਸੀ ਬ੍ਰਹਮਾ ਦੀ ਉਮਰ ਕਿੰਨੀ ਹੈ, ਓਨੀ ਉਮਰ ਭੋਗ ਕੇ ਉੱਥੇ ਜਾ ਕੇ ਫਿਰ ਉਹ ਗਿਆਨ ਦੀ ਪ੍ਰਾਪਤੀ ਕਰਕੇ ਜਦੋਂ ਬ੍ਰਹਮ ਲੋਕ ਮਹਾਪਰਲੋਂ ਵੇਲੇ ਸਮਾਪਤ ਹੋਣ ਲੱਗਦਾ ਤਾਂ ਉਹ ਗਿਆਨ ਦੀ ਪ੍ਰਾਪਤੀ ਕਰਕੇ ਮੁਕਤੀ ਨੂੰ ਪਾ ਕੇ ਸਿੱਧੇ ਦਰ ਦਸਮ ਦੁਆਰ ਰੂਪੀ ਦਰ ਦੇ ਵਿੱਚ ਅੱਗੇ ਜਿਹੜਾ ਅਸਥਾਨ ਹੈ ਉੱਥੇ ਜਾ ਕੇ ਮਾਣ ਇੱਜ਼ਤ ਸਤਿਕਾਰ ਪਾਉਂਦੇ ਨੇ। ਜਦੋਂ ਦਸਮ ਦੁਆਰ ਵਿੱਚ ਸਵਾਸ ਚਲੇ ਜਾਂਦੇ ਨੇ ਯੋਗੀਆਂ ਦੇ ਤਾਂ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਗਿਣਿਆ ਜਾਂਦਾ, ਕਿਉਂ ਇਹ ਪਹਿਲੀਆਂ 3 ਅਵਸਥਾ ਨੇ। ਜਦੋਂ ਇਹਨਾਂ 3 ਅਵਸਥਾ ਦੇ ਤੱਕ ਜੋਗੀ ਚਲਿਆ ਜਾਂਦਾ, ਬ੍ਰਹਮ ਲੋਕ ਤੱਕ ਚਲਿਆ ਜਾਂਦਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਹੈ ਦਰ ਰਾਜਾਨ। ਦਰ ਸੰਸਾਰ ਦੇ ਵਿੱਚ ਰਾਜਾਨ, ਰਾਜਿਆਂ ਦੀ ਤਰ੍ਹਾਂ ਉਹ ਜੋਗੀ ਸੋਹਣੀਕ ਹੁੰਦੇ ਨੇ ਕਿਹੜੇ, ਜਿਹੜੇ ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ ਤੇ ਦਵੈਸ਼ 5 ਕਲੇਸ਼ਾਂ ਦਾ ਨਾਸ਼ ਕਰ ਲੈਂਦੇ ਨੇ ਦਸਮ ਦੁਆਰ ਤੱਕ ਜਾ ਕੇ। ਸਮਾਧੀ ਲਾ ਲਾ ਕੇ ਮਿਹਨਤ ਹੈ। ਅੱਜ ਦੇ ਯੁੱਗ ਵਿੱਚ ਸੇਮ ਇਹੀ ਚੀਜ਼ ਸਾਇੰਸ ਵਿੱਚ ਹੈ। ਪਹਿਲਾਂ ਸਾਇੰਸ ਇਸ ਤਰ੍ਹਾਂ ਦੀ ਸੀ, ਹੁਣ ਸਾਇੰਸ ਹੋਰ ਤਰ੍ਹਾਂ ਦੀ ਹੈ। ਨਿਕਲ ਵੀ ਤਾਂ ਦਿਮਾਗ ਵਿੱਚੋਂ ਹੀ ਹੈ ਇਹ, ਪਹਿਲਾਂ ਵੀ ਇਹੀ ਚੀਜ਼ ਦਿਮਾਗ ਵਿੱਚੋਂ। ਆ ਜਿਹੜੇ ਆਪਾਂ ਏਸੀ ਲਾਉਂਦੇ ਆ, ਏਸੀ ਸਰੀਰ ਵਿੱਚ ਵੀ ਹੈ, ਐਨ ਠੰਡਾ ਠਾਰ ਹੋ ਜਾਂਦਾ ਸਰੀਰ। ਉਹ ਆ ਜਿਹੜੀਆਂ ਆਪਣੀਆਂ ਜਿਹੜਾ ਸੁਖਮਨਾ ਪਿੰਗਲਾ ਨਾੜਾਂ ਨੇ, ਆ ਨੱਕ ਦੇ ਰਾਹੀਂ ਇੱਕ ਗਰਮ ਹਵਾ ਆਉਂਦੀ, ਇੱਕ ਤੋਂ ਠੰਡੀ ਆਉਂਦੀ, ਇਹਦਾ ਧਿਆਨ ਧਰ ਕੇ ਬਿਲਕੁਲ ਸਰੀਰ ਠੰਡਾ ਕਰ ਲੈਂਦੇ ਆ ਜੇ ਬਹੁਤੀ ਅੱਗ ਵਰਦੀ ਹੋਵੇ। ਆ ਜਿਹੜੇ ਜੋਗੀ ਬਰਫ਼ ਵਿੱਚ ਬੈਠਦੇ ਨੇ, ਇਹ ਏਸੀ ਨੂੰ ਉਲਟ ਦਿਸ਼ਾ ਚਲਾ ਕੇ ਸਰੀਰ ਨੂੰ ਇੰਨਾ ਗਰਮ ਕਰ ਲੈਂਦੇ ਆ, ਉਹਨਾਂ ਨੂੰ ਠੰਡ ਹੀ ਨਹੀਂ ਲੱਗਦੀ। ਭੁੱਖ ਨੂੰ ਵੀ ਮਾਰ ਲੈਂਦੇ, ਪਿਆਸ ਨੂੰ ਵੀ ਮਾਰ ਲੈਂਦੇ ਨੇ, ਕਾਬੂ ਕਰ ਲੈਂਦੇ ਨੇ, ਨੀਂਦ ਉੱਤੇ ਵੀ ਕਾਬੂ ਕਰ ਲੈਂਦੇ ਨੇ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਇਹ ਹੁਣ ਅਗਲੀਆਂ 5 ਅਵਸਥਾ ਨੂੰ ਗ੍ਰਹਿਣ ਕਰ ਲਿਆ, ਉਹ ਮਹਾਨ ਯੋਗੀਆਂ ਵਿੱਚ ਆ ਜਾਂਦਾ। ਜਿਨ੍ਹਾਂ ਨੇ ਆਪਣੇ ਅੰਦਰੋਂ ਅਵਿਦਿਆ ਨੂੰ ਖਤਮ ਕਰ ਲਿਆ, ਸਰੂਪ ਦੇ ਪ੍ਰਕਾਸ਼ ਤੋਂ ਰਹਿਤ ਹੋਣਾ, ਇਹਨੂੰ ਅਵਿਦਿਆ ਕਹਿੰਦੇ। ਹਲੇ ਆਪਾਂ ਨੂੰ ਵੀ ਨਹੀਂ ਹੋਇਆ ਇਹ ਸਰੂਪ ਦਾ ਪ੍ਰਕਾਸ਼। ਜਿਨ੍ਹਾਂ ਨੂੰ ਹੋਇਆ ਉਹ ਅਵਿਦਿਆ ਤੋਂ ਬਾਹਰ ਚਲੇ ਗਏ।
ਹਾਲੇ ਆਪਾਂ ਨੂੰ ਸਰੂਪ ਦਾ ਪ੍ਰਕਾਸ਼ ਨਹੀਂ ਹੋਇਆ ਕਈਆਂ ਨੂੰ, ਇਸ ਕਰਕੇ ਆਪਾਂ ਅਵਿਦਿਆ ਦੇ ਅੰਦਰ ਹਾਂ। ਕਲੇਸ਼ ਹੈ 5। ਅਸੰਮਤਾ ਹੋਣੀ, ਬਿਰਤੀ ਜਿਹੜੀ ਹੈ ਉਹ ਸਮਾਨ ਨਾ ਹੋਣੀ, ਬਿਰਤੀ ਡਾਵਾਂ ਡੋਲ ਰਹਿਣੀ, ਇਹਨੂੰ ਅਸੰਮਤਾ ਕਹਿੰਦੇ ਨੇ। ਫਿਰ ਆਉਂਦਾ ਅਭਿਨਿਵੇਸ਼, ਗੁਰੂ ਸਾਹਿਬ ਦੀ ਆਗਿਆ ਤੋਂ ਉਲਟ ਚੱਲਣਾ, ਗੁਰੂ ਵੇਦ ਸ਼ਾਸਤਰ ਦੀ ਆਗਿਆ ਤੋਂ ਜੋਗੀ ਲੋਕੋ ਉਲਟ ਚੱਲਣਾ, ਵੀ ਜਿਹੜੀ ਗੱਲ ਗੁਰੂ ਨੇ ਕਹਿਣੀ ਉਹ ਨਹੀਂ ਮੈਂ ਮੰਨਣੀ, ਬਸ ਇਹ ਪਰ ਨਹੀਂ ਕਰ ਲੈਣਾ, ਇਹਨੂੰ ਅਭਿਨਿਵੇਸ਼ ਕਲੇਸ਼ ਕਹਿੰਦੇ ਨੇ। ਇੱਕ ਹੁੰਦਾ ਰਾਗ, ਬਿਨਾਂ ਕਾਰਨ ਤੋਂ ਕਿਸੇ ਨਾਲ ਮੋਹ ਕਰਨਾ। ਇੱਕ ਹੁੰਦੀ ਦਵੈਖ, ਬਿਨਾਂ ਕਾਰਨ ਤੋਂ ਈਰਖਾ ਕਰਨੀ ਕਿਸੇ ਨਾਲ। ਇਹਨਾਂ 5 ਕਲੇਸ਼ਾਂ ਨੂੰ ਕੱਟ ਕੇ 10ਵੇਂ ਦੁਆਰ ਵਿੱਚ ਜਾ ਕੇ ਚੌਮੁਖ ਦੀਵਾ ਜੋਤ ਦੁਆਰ, ਜਿਹੜੇ ਬ੍ਰਹਮ ਦੀ ਲਾਟ ਦੇ ਦਰਸ਼ਨ ਕਰ ਲੈਂਦੇ ਨੇ 10ਵੇਂ ਦੁਆਰ ਵਿੱਚ, ਉਹਨੂੰ ਜੋਗੀ ਮੰਨਿਆ ਜਾਂਦਾ। ਤਾਂ ਜੋਗੀ ਲੋਕਾਂ ਨੂੰ ਥੋੜੀ ਜਿਹੀ ਮਹਾਰਾਜ ਨੇ ਸੋਝੀ ਦਿੱਤੀ ਕਿ 5 ਪ੍ਰਵਾਨ, 5 ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਉਹ ਜਿਹੜੇ ਨੇ 5 ਦਾ ਧਿਆਨ ਕਰਦੇ ਨੇ, ਕਿੰਨਾ ਦਾ? 5 ਤੱਤਾਂ ਦਾ ਧਿਆਨ ਕਰਕੇ ਏਕ ਜਿਹੜਾ ਗੁਰ ਚੇਤਨ ਸਰੂਪ ਬ੍ਰਹਮ ਹੈ, ਬ੍ਰਹਮ ਦੀ ਲਾਟ ਹੈ, 10ਵੇਂ ਦੁਆਰ ਦੇ ਜਿਹੜਾ ਪ੍ਰਕਾਸ਼ ਹੈ, ਉੱਥੇ ਧਿਆਨ ਲਾ ਕੇ ਰੱਖਦੇ ਨੇ। ਉਹਨਾਂ ਸ੍ਰੇਸ਼ਟ ਜਨਾਂ ਦਾ 5 ਤੱਤਾਂ 'ਚ ਧਿਆਨ ਲਾ ਕੇ ਇੱਕ ਬ੍ਰਹਮ ਵਿੱਚ ਧਿਆਨ ਲਾਉਣਾ ਹੀ ਸ੍ਰੇਸ਼ਟ ਮੰਨਿਆ। ਇਸ ਤਰ੍ਹਾਂ ਗੋਡਿਆਂ ਤੱਕ ਧਰਤੀ ਦਾ ਧਿਆਨ ਧਰਦੇ ਨੇ, ਇਉਂ ਧਰਤੀ ਤੇ ਵਿਚਰਨ ਦੀ ਸ਼ਕਤੀ ਹੋ ਜਾਂਦੀ ਹੈ। ਲੱਕ ਤੱਕ ਪਾਣੀ ਦਾ ਧਿਆਨ ਧਰਦੇ ਨੇ, ਪਾਣੀ ਵਿੱਚ ਨਹੀਂ ਡੁੱਬਦਾ। ਨਾਭੀ ਤੱਕ ਅੱਗ ਦਾ ਧਿਆਨ ਧਰਦੇ ਨੇ, ਅੱਗ ਸਾੜ ਨਹੀਂ ਸਕਦੀ। ਗਲੇ ਤੱਕ ਧਿਆਨ ਧਰਦੇ ਨੇ ਪਾਉਣ ਦਾ, ਪਾਉਣ ਉਹਨਾਂ ਨੂੰ ਕੁਝ ਨਹੀਂ ਕਹਿੰਦੀ। ਗਲ ਤੋਂ ਲੈ ਕੇ 10ਵੇਂ ਦੁਆਰ ਤੱਕ ਫਿਰ ਜਿਹੜਾ ਆਕਾਸ਼ ਦਾ ਧਿਆਨ ਧਰਦੇ ਨੇ, ਆਕਾਸ਼ ਵਿੱਚ ਵਿਚਰਨ ਵਾਲੀਆਂ ਚੀਜ਼ਾਂ ਦਿਖਣ ਲੱਗ ਪੈਂਦੀਆਂ ਤੇ ਖੁਦ ਵੀ ਆਕਾਸ਼ ਵਿੱਚ ਉੱਡਣ ਦੀ ਸ਼ਕਤੀ ਦੇ ਮਾਲਕ ਬਣ ਜਾਂਦੇ ਨੇ। ਉਹ 5 ਇਹਨਾਂ ਤੱਤਾਂ ਦਾ ਧਿਆਨ ਕਰਕੇ ਫਿਰ ਉਹ ਜਿਹੜਾ ਹੈ ਉਹਨਾਂ ਦਾ ਧਿਆਨ ਕਿੱਥੇ ਜੁੜ ਜਾਂਦਾ ਹੈ? ਏਕ ਜਿਹੜਾ ਗੁਰ ਹੈ, ਏਕ ਗੁਰ ਕਿਹੜਾ? ਜਿਹੜਾ ਚੇਤਨ, ਗੁਰ ਦੇ ਰਾਰੇ ਨੂੰ ਔਂਕੜ ਹੋਣ ਕਰਕੇ ਬ੍ਰਹਮ ਦਾ ਵਾਚਕ ਹੈ। ਚੇਤਨ ਬ੍ਰਹਮ ਦੀ ਲਾਟ ਵਿੱਚ ਉਹਨਾਂ ਦਾ ਧਿਆਨ ਜੁੜ ਜਾਂਦਾ। ਉਸ ਲਾਟ ਵਿੱਚ ਜਦੋਂ ਧਿਆਨ ਜੁੜਦਾ ਪ੍ਰਕਾਸ਼ ਵਿੱਚ ਧਿਆਨ ਜੁੜਨ ਕਰਕੇ ਉਹ ਇੱਕ ਮਹਾਨ ਤੇ ਸ੍ਰੇਸ਼ਟ ਯੋਗੀ ਬਣ ਜਾਂਦਾ। ਉਹ ਬ੍ਰਹਮ ਲੋਕ ਵਿੱਚ ਚਲਿਆ ਜਾਂਦਾ। ਬ੍ਰਹਮ ਲੋਕ ਵਿੱਚ ਜਾ ਕੇ ਸਾਰਾ ਸਮਾਂ ਬਤੀਤ ਕਰਕੇ ਅੰਤ ਨੂੰ ਉਹ ਬ੍ਰਹਮ ਰੰਧਰ ਰਾਹੀਂ ਆਪਣੇ ਸਰੀਰ ਨੂੰ ਫੋੜ ਕੇ ਉੱਥੇ ਪਹੁੰਚਦਾ, 10ਵੇਂ ਦੁਆਰ ਨੂੰ ਫੋੜ ਕੇ, ਤਾਂ ਉਸ ਵਕਤ ਜਾ ਕੇ ਉੱਥੇ ਫਿਰ ਗਿਆਨ ਪ੍ਰਾਪਤ ਕਰਦਾ। ਗਿਆਨ ਪ੍ਰਾਪਤ ਕਰਕੇ ਫਿਰ ਮੁਕਤੀ ਦੀ ਪ੍ਰਾਪਤੀ ਕਰਦਾ। ਤਾਂ ਜਾ ਕੇ ਕਿਤੇ ਜੋਗੀ ਨੂੰ ਆਨੰਦ ਆਉਂਦਾ। ਜਿਵੇਂ ਤੀਜੇ ਪਾਤਸ਼ਾਹ ਕੋਲ ਜੋਗੀ ਆਇਆ, 1000 ਸਾਲ ਲੰਮੀ ਉਮਰ, ਮੱਥਾ ਟੇਕਿਆ, ਬੜਾ ਬਿਰਧ ਹੋਇਆ। ਤੀਜੇ ਪਾਤਸ਼ਾਹ ਕਹਿਣ ਲੱਗੇ, ਹੋਰ ਸੁਣਾਓ ਕਿਵੇਂ ਆ? ਬੜੇ ਸਮੇਂ ਦੇ ਤੁਸੀਂ, ਤਾਂ ਕੋਈ ਆਨੰਦ ਦੀ ਪ੍ਰਾਪਤੀ ਹੋਈ? ਕਹਿੰਦਾ ਮਹਾਰਾਜ ਆਨੰਦ ਨਹੀਂ ਆਇਆ ਅੱਜ ਤੱਕ। 1000 ਸਾਲ ਉਮਰ ਹੋ ਗਈ ਮੇਰੀ, ਸਾਰੀਆਂ ਮੈਂ ਅਵਸਥਾ ਨੂੰ ਤੈਅ ਕਰ ਲਿਆ, ਪਰ ਜਿਹੜਾ ਆਨੰਦ ਹੁੰਦਾ ਉਹ ਨਹੀਂ ਆਇਆ। ਭਾਵੇਂ ਵੀ ਮੈਂ 5 ਪ੍ਰਾਣਾਂ ਨੂੰ ਰੋਕ ਲਿਆ, 5 ਪੌਣਾਂ ਨੂੰ ਰੋਕ ਲਿਆ ਆਪਣੀਆਂ ਨੂੰ, ਸਾਰੀ ਅਵਸਥਾ ਪ੍ਰਾਪਤ ਕਰ ਲਈ, ਪਰ ਆਨੰਦ ਨਹੀਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਜਾਓ ਜੋਗੀ ਰਾਜ, ਆਹ ਸਰੀਰ ਤਿਆਗ ਦਿਓ ਆਪਣਾ, ਸਰੀਰ ਛੱਡ ਕੇ ਸਾਡੇ ਘਰ ਜਨਮ ਲਾਓਗੇ ਹੁਣ ਤੁਸੀਂ। ਬਾਬਾ ਮੋਹਰੀ ਜੀ ਦੇ ਘਰ ਵਿਖੇ ਉਸ ਜੋਗੀ ਨੇ ਆ ਕੇ ਜਦੋਂ ਜਨਮ ਲਿਆ, ਜਦੋਂ ਜਾ ਕੇ ਦੱਸਿਆ ਕਿ ਮਹਾਰਾਜ ਬੱਚੇ ਨੇ ਜਨਮ ਲਿਆ, ਮਹਾਰਾਜ ਕਹਿੰਦੇ ਆ ਗਿਆ। ਜੋਗੀ ਜੀ ਨੂੰ ਆਨੰਦ ਨਹੀਂ ਸੀ ਨਾ ਆਇਆ, ਉਹ ਹੁਣ ਆਪਣੇ ਗੁਰੂ ਘਰ ਚ ਆ ਗਿਆ। ਕਹਿੰਦੇ ਮਹਾਰਾਜ ਇਹਦਾ ਨਾਮ ਕੀ ਰੱਖੀਏ? ਕਹਿੰਦੇ ਇਹਦਾ ਨਾਮ ਰੱਖੋ ਆਨੰਦ ਜੀ। ਆਨੰਦ, ਇਹਦਾ ਨਾਮ ਆਨੰਦ ਨਹੀਂ ਨਾ ਪ੍ਰਾਪਤ ਹੋਇਆ। ਫਿਰ ਸਤਿਗੁਰੂ ਕਹਿੰਦੇ ਹੁਣ ਅਸੀਂ ਇਹੀ ਜੀ ਬਾਣੀ ਉਚਾਰਨ ਕਰਾਂਗੇ, ਜਿਹੜਾ ਪੜ੍ਹੇਗਾ ਉਹਨੂੰ ਆਨੰਦ ਆ ਜਾਏਗਾ। ਉਸ ਜੋਗੀ ਦੇ ਨਾਮ ਉੱਤੇ ਆਨੰਦ ਬਾਣੀ ਦਾ ਨਾਮ ਰੱਖ ਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਹਾਰਾਜ ਨੇ ਆਨੰਦ ਬਖਸ਼ਿਆ ਜੋਗੀ ਲੋਕਾਂ ਨੂੰ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਤਾਈਓਂ ਵੱਡੇ ਮੰਨਿਆ। ਧੰਨ ਨਾਨਕ ਤੇਰੀ ਵੱਡੀ ਕਮਾਈ, ਤਾਈਓਂ ਕਹਿੰਦੇ ਆ ਸਾਰੀ ਸ੍ਰਿਸ਼ਟੀ ਸਾਰੇ ਜੋਗੀਆਂ ਦੇ ਵੀ ਮਾਸਟਰ ਬਣੇ ਬੈਠੇ, ਉਸਤਾਦ, ਜੋਗੀਆਂ ਨੂੰ ਸਮਝਾਉਣ ਵਾਲੇ, ਹਰੇਕ ਮੱਤ ਵਿੱਚ ਜਾ ਕੇ ਪ੍ਰਚਾਰ ਕਰਨ ਵਾਲੇ, ਉਪਦੇਸ਼ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਾਰੀ ਜਿੰਨੀ ਵੀ ਸ੍ਰਿਸ਼ਟੀ ਹੈ, ਮੁਸਲਮਾਨ, ਹਿੰਦੂ, ਮੁਸਲਮਾਨ ਕਹਿੰਦੇ ਸਾਡਾ ਪੀਰਾਨ ਪੀਰ ਹੈ, ਹਿੰਦੂ ਕਹਿੰਦੇ ਸਾਡਾ, ਗੁਰਸਿੱਖ ਕਹਿੰਦੇ ਸਾਡਾ,
पर तू साझा साहिब बाप हमारा। इस करके वो साझा साहिब मालक है अकाल पुरख वाहिगुरु गुरु नानक देव जी, जिन्हां ने जोगियां नूं इस तरीके नाल पंच प्रमाण की पौड़ी राहीं पावन पवित्र उपदेश दे के कृतार्थ कीता है। हुण आपां गुरसिख भी पुछांगे गुरु नानक देव जी ने, महाराज सानू भी समझाओ, जे जोगियां नूं पंच प्रमाण की पौड़ी राहीं समझाया, सानू भी किरपा करके पंच प्रमाण की पौड़ी राहीं समझाओ। गुरसिੱਖੀ दा मार्ग गुरमत दसो सानू की है। तो सतगुरु हुण कल नूं आपां नूं गुरमत दसणगे पंच प्रमाण की पौड़ी विच कि गुरमत किहनूं कहंदे ने। प्राण अपान बयान राहीं भी समझाउणगे, अपना ढंग होर है, उन्हां दा होर है। सो इस प्रकार महाराज ने बख्शिशां कीतियां ने। प्यार सत्कार नाल सतगुरु जी का बख्शिया गुरमंत्र जपीए, वड्डा जान के जपीए। बहुत अमोलक अमृत नाम नरमोलक हीरा, गुर दीनो मनतानी करके जपीए। वाहे गुरु वाहे गुरु वाहे गुरु वाहे गुरु। सच्चे पातशाह ने कल दे उपदेश विच आपां नूं पंच प्रवान पंच प्रधान की पौड़ी विच बख्शिशां कीतियां सी। सिद्धां नूं उन्हां दे मत राहीं समझाया सी कि किवें पंज पौणा रोकणियां ने, पंज छोटियां पौणा, फिर इसे प्रकार जिहड़ी अवस्था खेचरी भूचरी आदि सुणाईयां। हुण गुरमत द्वारा जिहड़ी है ये पंज पौणा गुरमत द्वारा वखरियां किस्म दियां हन। ये जिहड़ी प्राण है, गुरसिख ने प्राण पाउण नूं किवें रोकना। प्राण दा मतलब जिहड़ी परमेश्वर दी पछाण वाले हो जाना, ये अपनी प्राण पाउण है। पछाण वाले किवें हो जाना, जिवें महाराज ने कहा सब गोबिंद है, सब गोबिंद है, गोबिंद बिन नहीं कोई। सारिਆਂ अंदर एक वाहिगुरू नूं देखना, कोई थां ऐसी नहीं जिथे ना होवे। कुदरत दिसै, कुदरत सुणीऐ, कुदरत भौ सुखसार, कुदरत पाताली आकासी, कुदरत सर्वाकार। सारा कुछ वाहिगुरू नूं जान लेना है, प्राण तो भाव पछाण करनी। फिर अपान हुंदी है, क्योंकि प्राण उपरों मूँह विचों आउंदे जांदे ने, अपान वायु खारज हुंदी है। इस करके अपान नूं रोकण दा मतलब है इत्थे कि जिहड़ा संसार वल्लों बेपछाण हो जाना, संसार वल्लों अपने आप नूं मोड़ लेना, इहनूं ही अपान वायु कहंदे ने। परमेश्वर दी पछाण वाले हो जाओ अते संसार वल्लों बेपछाण हो जाओ। अखां बाझों वेखना, बिन कन्ना सुनना, इहो जे बन जाओ। कबीर गूंगा हुआ बावरा, बहरा हुआ कान। कबीर जी कहते मैं गूंगा बोला हो गया। कहते तुसीं तो चंगे भले लगदे हो, अखां तुहाडीआं देख रहीआं, कंन सुणदे ने। कबीर जी कहते हाँ मैं गूंगा हो गया। किहड़ी गल्लों? कहते जद कोई आके महात्मा कोल कबीर जी कोल बैठे, कबीर जी साडे फलाना बंदा तो इन्ना माड़ा, फलाना है, कबीर जी चुप करके बैठे रहने, जिवें गूंगा बैठा हुंदा। जे कोई माड़ा काम करदा, कबीर जी अखां बंद कर लेंदे, मैं अन्ना, कहने मैं दिखदा नहीं। जे कोई बंदा कोई माड़ी गल करदा, निंदा चुगली, कन्नां ते हथ रख लिया, मैं बोला है, मैनूं सुणदा नहीं। ते जे कोई आ गया सत्संगी पुरुष आके कोई धार्मिक वचन करन लग जाए, उदों कंन चंगे भले काम करदे ने, उदों संगत विच चंगियां भलियां अखां खोल के रखदे ने। राम राम बोलना तो उच्ची उच्ची बोलते, कोई शब्द गायन करना। तो रब दे प्यारे जिहड़े हुंदे ने, ये की करदे ने, जदों तक कोई माड़ी गल सुणनगे तो मूँह बंद कर लैणगे, गूंगे हो जांदे, अन्ने हो जांदे ने, बोले हो जांदे। हुण जदों महापुरुष कई वारी हासे सानूं कहंदे, तू अन्ना हो जाए तू, तो आम बंदे ने कहना लै भी अन्ना करता इहनूं। अन्ने दा मतलब यह हुंदा संसार वल्लों अन्ने हो जाना। सो इसे प्रकार ही जदों कोई बंदा इत्थे नंगे सिर आउंदा है
ਆਪਾਂ ਉਹਨੂੰ ਕਹੇ ਉਹ ਅੰਨਾ ਹੋਇਆ, ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦਿਖਦੇ, ਤੈਨੂੰ ਪਤਾ ਨਹੀਂ ਗੁਰਦੁਆਰਾ ਸਿਰ ਢੱਕ ਕੇ ਆਉਣਾ, ਜੇ ਕੋਈ ਜੁੱਤੀ ਲੈ ਕੇ ਆ ਜਾਏ ਉਹਨੂੰ ਵੱਧ ਅੰਨਾ ਗਿਣਾਂਗੇ ਆਪਾਂ। ਸੰਸਾਰ ਦੇ ਅੰਦਰ ਕਈ ਬੰਦੇ ਇਹੋ ਜਿਹੇ ਵੀ ਤੁਸੀਂ ਦੇਖੇ ਹੋਣੇ ਆ, ਜੇ ਉਹਨਾਂ ਨੂੰ ਕੋਈ ਕੰਮ ਦੀ ਗੱਲ ਕਰੋ ਬੋਲੇ ਬਣ ਜਾਂਦੇ ਆ। ਹੈ ਕੀ ਕਿਹਾ, ਜੇ ਉਹਨੂੰ ਕਹੋ ਆ 20 ਰੁਪਏ ਦੇਣੇ ਸੀ ਤੁਹਾਡੇ 50 ਰੁਪਏ, ਅੱਛਾ ਲਿਆ ਬਈ, ਉਹ ਜਦੋਂ ਹੀ ਹੋ ਜਾਂਦੇ ਉਸ ਵਕਤ ਕੰਨ ਚੰਗੇ ਭਲੇ ਕੰਮ ਕਰਨ ਲੱਗ ਜਾਂਦੇ ਉਹਨਾਂ ਦੇ। ਉਹ ਸੰਸਾਰੀ ਬੰਦੇ ਨੇ। ਜਿਹੜੇ ਬੰਦੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਜੇ ਦੁਨਿਆਵੀ ਗੱਲ ਕਰੋ ਬੋਲੇ ਹੋ ਜਾਂਦੇ। ਕੀ ਆਖਿਆ ਮੈਂ ਸੁਣਿਆ ਨਹੀਂ, ਸਮਝ ਨਹੀਂ ਲੱਗੀ ਉਹਨੂੰ। ਮਾੜੀ ਗੱਲ ਨੂੰ ਦੇਖਣ ਵੇਲੇ ਅੱਖਾਂ ਹੀ ਬੰਦ ਕਰ ਲੈਣਗੇ, ਮੈਂ ਦੇਖਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਸੰਸਾਰ ਦਾ ਤੇ ਰੱਬ ਦੇ ਪਿਆਰਿਆਂ ਦੇ ਬੰਦਿਆਂ ਦੇ ਇਉਂ ਅਪਾਨ ਵਾਯੂ ਵਿੱਚ ਵਰਤ ਜਾਂਦੇ ਨੇ। ਉਹ ਸੰਸਾਰ ਨੂੰ ਦੇਖਦੇ ਹੀ ਨਹੀਂ ਕੀ ਹੋ ਰਿਹਾ ਦੁਨੀਆ 'ਚ। ਆ ਜਿਹੜੇ ਇੱਥੇ ਆ ਕੇ ਕਈ ਵਾਰੀ ਕਰਦੇ ਹੁੰਦੇ ਆ ਨਾ, ਆਹ ਨਹੀਂ ਠੀਕ, ਉਹ ਨਹੀਂ ਠੀਕ, ਇੱਥੇ ਐ। ਮੈਂ ਕਦੇ ਤੁਹਾਨੂੰ ਕਿਹਾ ਇੱਥੇ ਆਹ ਨਹੀਂ ਠੀਕ? ਮੈਂ ਕਦੇ ਵੀ ਨਹੀਂ ਕਿਹਾ। ਮੈਂ ਕਿਸੇ ਵੱਲ ਦੇਖਦਾ ਹੀ ਨਹੀਂ, ਮੈਂ ਅੰਨਾ ਹੋ ਕੇ ਤੁਰਿਆ ਜਾਂਦਾ। ਕਿਉਂ? ਤੁਸੀਂ ਕੁਝ ਨਹੀਂ ਸੁਧਾਰ ਸਕਦੇ, ਇੱਥੇ ਕੁਝ ਨਹੀਂ ਹੋਣ ਵਾਲਾ। ਇੱਕ ਗਰੰਟੀ ਲੈ ਲਓ ਵੀ ਸਿੱਖ ਇੱਕ ਗਰੰਟੀ ਲਵੇ, ਮੈਂ ਆਪਣੇ ਆਪ ਨੂੰ ਸੁਧਾਰਨਾ ਬਸ। ਜੇ ਸਾਰੇ ਜਾਣੇ ਆਪੋ ਆਪਣੀ ਜ਼ਿੰਮੇਵਾਰੀ ਲੈ ਲਓ ਵੀ ਅਸੀਂ ਆਪਣੇ ਆਪ ਨੂੰ ਸੁਧਾਰਨਾ ਹੈ, ਸਾਰੇ ਹੀ ਸੁਧਰ ਜਾਵਾਂਗੇ। ਜੇ ਆਪਾਂ ਦੂਜਿਆਂ ਨੂੰ ਸੁਧਾਰਨ ਦੀ ਗਰੰਟੀ ਲੈ ਲਈ ਤੇ ਆਪ ਸੁਧਰੇ ਨਹੀਂ ਤੇ ਆਪਾਂ ਕਦੇ ਵੀ ਨਹੀਂ ਸੁਧਰ ਸਕਦੇ। ਇਸ ਕਰਕੇ ਆਪੋ ਆਪਣਾ ਜੀਵਨ ਆਪਣਾ ਸੁਧਾਰੋ, ਨਾ ਬਾਹਲਾ ਦੇਖੋ ਆਸਾ ਪਾਸਾ, ਨਾ ਬਹੁਤਾ ਸੁਣੋ, ਨਾ ਬਹੁਤਾ ਬੋਲੋ, ਚੁੱਪ ਕਰਕੇ ਸੰਸਾਰ ਦੇ ਅੰਦਰ ਵਿਚਰੋ। ਇਹਨੂੰ ਕਹਿੰਦੇ ਅਪਾਨ ਵਾਯੂ 'ਚ ਵਰਤਣਾ। ਫਿਰ ਆਉਂਦੀ ਵਾਯੂ ਸਮਾਨ। ਸਾਰੇ ਸਰੀਰ ਦੇ ਵਿੱਚ ਸਮਾਨ ਵਾਯੂ ਵਰਤਦੀ ਹੈ। ਗੁਰਸਿੱਖ ਜਿਹੜਾ ਉਹ ਪਰਮੇਸ਼ਰ ਨੂੰ ਸਮਾਨ ਜਾਣਦਾ, ਹਰ ਇੱਕ ਜਗ੍ਹਾ ਦੇ ਉੱਤੇ ਸਰਬ ਵਿਆਪਕ ਜਾਣਦਾ। ਇਹ ਉਹਦੀ ਸਮਾਨ ਵਾਯੂ ਹੋ ਗਈ। ਇਸੇ ਪ੍ਰਕਾਰ ਜਿਹੜੀ ਬਿਆਨ ਹੈ, ਬਿਆਨ ਵਾਯੂ ਜਿਹੜੀ ਨਾਭੀ 'ਚ ਵਰਤਦੀ ਹੈ। ਰੱਬ ਦੇ ਪਿਆਰੇ ਕੀ ਕਰਦੇ ਨੇ? ਬਿਆ ਨਾਮ ਦਵੈਸ਼ ਦਾ ਹੈ। ਉਹ ਦਵੈਸ਼ ਈਰਖਾ ਤੋਂ ਰਹਿਤ ਹੋ ਜਾਂਦੇ ਨੇ। ਇਹ ਬਿਆਨ ਵਾਯੂ 'ਚ ਵਰਤਦੇ ਨੇ ਉਹ। ਇਸੇ ਪ੍ਰਕਾਰ ਹੀ ਜਿਹੜੀ ਉਦਿਆਨ ਪਾਉਣ ਹੈ, ਉਦਿਆਨ ਕੰਠ ਹੈ ਮਾਨ, ਇਹ ਕੰਠ ਵਿੱਚ ਹੁੰਦੀ ਹੈ ਆਪਣੇ ਉਦਿਆਨ। ਗੁਰਮੁਖ ਕੀ ਕਰਦੇ ਨੇ? ਉਹ ਸੰਸਾਰ ਨੂੰ ਹੀ ਉਦਿਆਨ ਸਮਝਦੇ ਨੇ। ਉਦਿਆਨ ਹੁੰਦਾ ਹੈ ਬੀਆਬਾਨ ਜੰਗਲ। ਆਪਾਂ ਦੁਨੀਆ ਨੂੰ ਜੰਗਲ ਸਮਝਣਾ। ਜਿਵੇਂ ਆਪਾਂ ਅੰਨੇ ਬੋਲੇ ਹੋ ਗਏ ਨਾ, ਗੂੰਗੇ ਵੀ ਹੋ ਗਏ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਬਾਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹਿ ਉਦਾਸਾ। ਮਹਾਰਾਜ ਕਹਿੰਦੇ ਤੁਸੀਂ ਆਓ ਨਾ ਸਮਝੋ, ਦੁਨੀਆ ਭਰੀ ਪਈ ਹੈ, ਬੜੀ ਦੁਨੀਆ ਉਹ ਨਾ ਕਰਿਆ ਕਰੋ। ਬਨ ਸੇ ਜੰਗਲ ਵਰਗੇ ਸਮਝ ਲਓ, ਸਾਰੇ ਜਿੱਥੇ ਹੁਣ ਬੈਠੇ ਜੰਗਲ ਹੀ ਹੈ। ਇਹ ਜਿਹੜਾ ਗ੍ਰਸਤ ਮਾਰਗ ਹੈ ਇਹਦੇ 'ਚ ਰਹਿੰਦੇ ਹੋਇਆ ਜੰਗਲ ਜਾਣ ਦੀ ਲੋੜ ਨਹੀਂ। ਜੰਗਲ ਵਿੱਚ ਤਾਂ ਆਪਾਂ ਹੁਣ ਵੀ ਬੈਠੇ ਹੀ ਆ। ਜਿਹੜੇ ਸ਼ੇਰ ਨੇ, ਹੰਕਾਰੀ ਲੋਕ ਸ਼ੇਰ ਵਾਂਗੂ, ਜਿਹੜੇ ਇਹਦੇ 'ਚ ਗਿੱਦੜ ਲੋਕ ਨੇ, ਕਈ ਇਹਦੇ 'ਚ ਜਮਦੂਤ ਨੇ, ਇੱਥੇ ਹੀ ਸਾਰਾ ਕੁਝ ਤੁਰਿਆ ਫਿਰਦਾ ਹੈ। ਪਾਪੀ ਪੁੰਨੀ ਸਾਰੇ ਉਰੇ ਤੁਰੇ ਫਿਰਦੇ ਨੇ। ਇਹ ਇੱਕ ਪ੍ਰਕਾਰ ਦਾ ਜੰਗਲ ਹੀ ਬਣਿਆ ਹੋਇਆ। ਮਨ ਹੀ ਮਾਹੇ ਉਦਾਸਾ। ਮਨ ਦੇ ਅੰਦਰ ਉਦਾਸ ਬਿਰਤੀ ਨੂੰ ਧਾਰਨ ਕਰਕੇ ਰੱਖੋ। ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਵਢਾਓ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਅਲਪਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਸੀਲ ਸੰਤੋਖ ਸਦਾ ਨਿਰਭੈ ਹਵੈ ਤ੍ਰਿਗੁਣ ਅਤੀਤ। ਕਾਮ ਕ੍ਰੋਧ ਹੰਕਾਰ ਲੋਭ ਆਟ ਮੋਹ ਨਾ ਮਨ ਸਿਉ ਲਿਆਵੈ। ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਰੇ ਮਨ ਇਹ ਵਿਦ ਜੋਗ ਕਮਾਓ। ਸਿੰਘੀ ਸਾਚ ਕਪਟ ਕੰਠਲਾ ਧਿਆਨ ਵਿਭੂਤ ਚੜਾਓ। ਇਹ ਮਹਾਰਾਜ ਨੇ ਸ਼ਬਦ ਹਜ਼ਾਰਿਆਂ ਵਿੱਚ ਸਾਰਾ ਕੁਝ ਇਹੀ ਲਿਖਿਆ ਉਦਿਆਨ, ਕਿ ਸੰਸਾਰ ਇੱਕ ਜੰਗਲ ਹੈ। ਫਿਰ 5ਵੇਂ ਪਾਤਸ਼ਾਹ ਸਹਿਜ ਕੀਰਤੀ ਵਿੱਚ ਵੀ ਇਹੀ ਲਿਖਦੇ ਨੇ ਕਿ ਇਹ ਘਰ ਇੱਕ ਬੀਆਬਾਨ ਜੰਗਲ ਹੈ। ਇਹ ਰਿਸ਼ਤੇਦਾਰ ਡਰਾਉਣੇ ਜਾਨਵਰ ਨੇ ਇਹਦੇ ਵਿੱਚ, ਜਿਹੜੇ ਸਾਨੂੰ ਡਰਾਉਂਦੇ ਨੇ। ਇਹ ਜਿਹੜੀ ਚਿੰਤਾ ਰੂਪੀ ਡੈਣ ਚਿੰਬੜੀ ਹੋਈ ਹੈ, ਸਾਰਾ ਕੁਝ ਹੀ ਇਹ ਹੈ। ਕਿਉਂ? ਇਹ 5 ਪੌਣਾ ਗੁਰਸਿੱਖ ਨੇ ਆਪਣੇ 5 ਪੌਣਾਂ ਦੇ ਵਿੱਚ ਇਸ ਢੰਗ ਦੇ ਨਾਲ ਵਰਤਣਾ। ਇਹ ਗੁਰਮਤ ਅਨੁਸਾਰ ਹੈ। ਹੁਣ ਗੁਰਮਤ ਅਨੁਸਾਰ ਖੇਚਰੀ ਭੂਚਰੀ, ਜਿਹੜੀ ਚਰਚਰੀ ਗੋਚਰੀ ਉਨਮਨੀ ਅਵਸਥਾ ਹੈ। ਖੇਚਰੀ ਹੁੰਦੀ ਹੈ, ਖੇਮ ਦਾ ਆਕਾਸ਼। 2 ਪ੍ਰਸੰਗ ਥੋੜੇ ਜਿਹੇ ਔਖੇ ਹੋਣਗੇ, ਇਹਨਾਂ ਦੀ ਵਿਆਖਿਆ ਕਿਤੇ ਫੇਰ ਵੀ ਕਰ ਦਿਆਂਗੇ ਆਪਾਂ।
ਖੇ ਨਾਮ ਆਕਾਸ਼, ਖੇਚਰੀ। ਖੇਚਰੀ ਅਵਸਥਾ ਹੁੰਦੀ ਚਿਦਾਕਾਸ਼ ਦੇ ਵਿੱਚ ਵਰਤਣਾ, ਚਿਦਾਕਾਸ਼ ਬ੍ਰਹਮ ਦੇ ਵਿੱਚ ਵਰਤਣਾ। ਭੂਚਰੀ ਹੁੰਦੀ ਹੈ ਭੂਮਾ ਰੂਪ ਬ੍ਰਹਮ ਦੇ ਵਿੱਚ ਵਰਤਣਾ। ਇਹਦੀ ਵਿਆਖਿਆ ਕਿਤੇ ਫੇਰ ਕਰ ਦਿਆਂਗੇ, ਚਿਦਾਕਾਸ਼ ਤੇ ਭੂਮਾ ਰੂਪ ਕੀ ਹੁੰਦੇ ਨੇ। ਤੋ ਇਸੇ ਪ੍ਰਕਾਰ ਹੀ ਖੇਚਰੀ, ਫਿਰ ਭੂਚਰੀ, ਫਿਰ ਚਰਚਰੀ। ਫਿਰ ਜਿਹੜੀ ਚਰਚਰੀ ਅਵਸਥਾ ਆਉਂਦੀ ਹੈ ਉਹਦੇ ਵਿੱਚ ਵਰਤਣਾ ਸੰਸਾਰ ਦੇ ਅੰਦਰ ਇਸ ਤਰ੍ਹਾਂ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜਿਹੜੀ ਥਾਂ ਥਾਂ ਦੇ ਉੱਤੇ ਜਿਵੇਂ ਚਰਚਰੀ ਆਈ ਸੀ ਜਲ ਦੇ ਵਿੱਚ ਵਰਤਣਾ। ਇਸੇ ਪ੍ਰਕਾਰ ਜਿਹੜੀ ਚਰਚਰੀ ਅਵਸਥਾ ਹੈ ਜਿਵੇਂ ਸੰਸਾਰ ਰੂਪੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿ ਜਾਣਾ, ਨਿਰਲੇਪ ਰਹਿਣਾ ਸੰਸਾਰ ਦੇ ਵਿੱਚ। ਤਾਂ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਚਰਚਰੀ ਅਵਸਥਾ ਹੈ। ਫਿਰ ਉਸ ਤੋਂ ਬਾਅਦ ਆ ਗਈ ਅਗੋਚਰੀ। ਅਗੋਚਰੀ ਅਵਸਥਾ ਹੁੰਦੀ ਜਿਵੇਂ ਅਗੋਚਰ ਦਾ ਅਰਥ ਆਪਾਂ ਕਰਦੇ ਆ ਨਾ ਕਿ ਪਰਮੇਸ਼ਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੈ ਅਗੋਚਰ। ਇਸੇ ਤਰ੍ਹਾਂ ਹੀ ਅਗੋਚਰੀ ਅਵਸਥਾ ਉਹਨੂੰ ਕਹਿੰਦੇ ਨੇ ਕਿ ਆਪਣਾ ਜਿਹੜਾ ਸਰੀਰ ਹੈ ਇਹਦੀਆਂ ਜਿਹੜੀਆਂ ਇੰਦਰੀਆਂ ਨੇ ਇਹਨੂੰ ਅਵਿਸ਼ੇ ਪਦ ਦੀ ਪ੍ਰਾਪਤੀ ਕਰਾ ਦੇਣੀ। ਮਤਲਬ ਇੰਦਰੀਆਂ ਨੂੰ ਵਿਸ਼ਿਆਂ ਤੋਂ ਰਹਿਤ ਕਰ ਦੇਣਾ। ਅੱਖਾਂ ਐਸੀਆਂ ਬਣ ਗਈਆਂ ਨੇ ਕਿ ਕਿਤੇ ਦੂਜਾ ਨਜ਼ਰ ਹੀ ਨਹੀਂ ਆਉਂਦਾ। ਕੰਨ ਐਸੇ ਬਣ ਗਏ ਨੇ ਵਾਹਿਗੁਰੂ ਮੰਤਰ ਤੋਂ ਬਿਨਾਂ ਦੂਜਾ ਕੁਝ ਸੁਣਦਾ ਹੀ ਨਹੀਂ ਹੈ। ਇਉਂ ਆਪਣੀਆਂ ਇੰਦਰੀਆਂ ਸਾਰੀਆਂ ਨੂੰ ਗੁਰਮਤਿ ਦੁਆਰਾ ਆਪਣੇ ਕਾਬੂ ਵਿੱਚ ਰੱਖ ਲੈਣਾ। ਫਿਰ ਆਉਂਦੀ ਉਨਮਨੀ ਅਵਸਥਾ। ਉਨਮਨੀ ਅਵਸਥਾ ਹੁੰਦੀ ਤੁਰੀਆ ਅਵਸਥਾ, ਜਿਹੜੀ ਸਾਰਿਆਂ ਨਾਲੋਂ ਉੱਪਰਲੀ ਅਵਸਥਾ ਹੈ। ਇਸ ਤਰ੍ਹਾਂ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ, ਬ੍ਰਹਮ ਗਿਆਨ ਦੀ 7ਵੀਂ ਭੂਮਿਕਾ ਹੈ ਇਹ ਤੁਰੀਆ ਅਵਸਥਾ। ਸੋ ਤੁਰੀਆ ਅਵਸਥਾ ਦਾ ਜ਼ਿਕਰ